हाँ जी, तो साਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸਰ ਲੈ ਕੇ ਆਇਆ ਜੀ ਮੈਥ ਦੀ ਨਵੀਂ ਕਲਾਸ ਟਾਈਮ ਐਂਡ ਵਰਕ। ਠੀਕ ਹੈ ਜੀ। ਤਾਂ ਅੱਜ ਕੀ ਆਪਾਂ ਕਲਾਸ ਕਰਦੇ ਹਾਂ 7 ਨੰਬਰ ਕਲਾਸ ਹੈਗੀ ਹੈ। ਜੇ ਤੁਸੀਂ ਨਵੇਂ ਹੈਗੇ ਚੈਨਲ ਤੇ ਤਾਂ ਪਹਿਲਾਂ ਵਾਲੀ ਵੀਡੀਓ ਆ ਰਹੀਆਂ ਆਈ ਬਟਨ ਤੇ, ਤਾਂ ਪਹਿਲਾਂ ਵਾਲੀ ਵੀਡੀਓ ਜਾ ਕੇ ਦੇਖੋ, ਫਿਰ ਕੀ ਤੁਹਾਨੂੰ ਅੱਜ ਦੀ ਕਲਾਸ ਸਮਝ ਲੱਗੇਗੀ। ਠੀਕ ਹੈ ਜੀ। ਤਾਂ ਕੀ ਹੈ ਆਪਾਂ ਕਲਾਸ ਟਾਈਮ ਐਂਡ ਵਰਕ ਦੇ ਬਹੁਤ ਨੇੜੇ ਹੈਗਾ। ਇਹ ਚੈਪਟਰ ਕੀ ਹੈ ਜੀ ਖਤਮ ਹੋਣ ਵਾਲਾ ਹੈਗਾ। ਵੱਧ ਤੋਂ ਵੱਧ ਇੰਨੀਆਂ 3-4 ਹੋਰ ਕਲਾਸਾਂ ਲਗਾਵਾਂਗੇ ਫਿਰ ਕੀ ਖਤਮ ਹੋ ਜਾਏਗਾ। ਦੇਖੋ मैं ਤੁਹਾਨੂੰ ਸਿਰਫ ਉਹੀ ਪ੍ਰਸ਼ਨ ਕਰਾ ਰਿਹਾ ਜਿਹੜੇ ਕਿ ਆਪਣੇ ਪ੍ਰਸ਼ਨ 'ਚ ਪੇਪਰਾਂ 'ਚ ਪੁੱਛੇ ਜਾਂਦੇ ਆ। ਠੀਕ ਹੈ ਜੀ। ਇਸ ਤੋਂ ਬਗੈਰ ਆਪਾਂ ਫालतू ਜ਼ਿਆਦਾ ਪ੍ਰਸ਼ਨ ਨਹੀਂ ਕਰਾਂਗੇ ਵੀ ਤੁਹਾਨੂੰ ਐਡਵਾਂਸ ਲੈਵਲ ਤੱਕ ਬਹੁਤ ਜ਼ਿਆਦਾ ਨਹੀਂ ਲਿਜਾਵਾਂਗੇ। ਤਾਂ ਕਿ ਥੋੜਾ ਜਿਹਾ ਟ੍ਰਿਪੀਕਲ ਹੋਊਗਾ ਟੌਪਿਕ, ਤਾਂ ਕਿ ਤੁਸੀਂ ਸਮਝ ਜਾਓਗੇ। ਮੈਂ ਪਿਛਲੀ ਕਲਾਸ 'ਚ ਤੁਹਾਨੂੰ ਗੁਣਾ ਅਤੇ ਪਰਸੈਂਟੇਜ ਵਾਲੇ ਕਰਾਏ ਸੀ ਵੀ ਜਦੋਂ ਕੀ ਹੈ ਕਿਸੇ ਦੇ ਕਿੰਨੇ ਗੁਣਾ ਕੰਮ ਕਰਦਾ ਹੁੰਦਾ ਜਾਂ ਕਿੰਨੇ ਪਰਸੈਂਟ ਜ਼ਿਆਦਾ ਕੰਮ ਕਰਦਾ ਹੁੰਦਾ, ਤਾਂ ਉਹ ਕੀ ਹੈ ਤੁਸੀਂ ਪਿਛਲੀ ਕਲਾਸ ਦੇਖ ਲੈਣਾ। ਠੀਕ ਹੈ। ਫਿਰ ਕੀ ਹੈ ਆਈ ਬਟਨ ਆ ਰਿਹਾ ਤਾਂ ਦੇਖ ਲਓ ਤੇ ਕੀ ਹੈ ਤੁਸੀਂ ਉਹ ਦੇਖ ਕੇ ਫਿਰ ਅੱਜ ਦੀ ਕਲਾਸ ਆ ਜਾਣਾ। ਠੀਕ ਹੈ। ਤਾਂ ਆਪਾਂ ਕੀ ਹੈ ਜੀ ਅੱਜ ਦੀ ਕਲਾਸ ਸ਼ੁਰੂਆਤ ਕਰਦੇ ਹਾਂ। ਤਾਂ ਕੀ ਹੈ ਜੀ ਕਲਾਸ ਤੁਹਾਡਾ ਆ ਗਿਆ ਹੋਣਾ ਉੱਪਰ प्रश्न आ गया ਤੁਹਾਡੀ स्क्रीन के ऊपर कि है जी 28 नंबर प्रश्न हैगा। ए किसी काम को करने में उतना समय लेता है जितना B प्लस सी। मतलब कि है जी A बराबर B प्लस सी। ठीक है जी। आप मतलब तुम समझ रहे हो। फिर कह रहा A तथा B उस काम को 10 दिन में पूरा करते हैं। A प्लस B कितने दिनों च काम करते जी पूरा 10 ਦਿਨਾਂ ਵਿੱਚ ਕੰਮ ਪੂਰਾ ਕਰ ਦਿੰਦੇ ਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕਹਿ ਰਿਹਾ ਸੀ ਅਕੇਲਾ ਕੀ ਹੈ ਜੀ ਸੀ ਜਿਹੜਾ ਹੈਗਾ ਉਹ ਕੰਮ ਕਰ ਦਿੰਦਾ 15 ਦਿਨਾਂ ਵਿੱਚ। 15 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦਾ। ਤਾਂ ਦੱਸੋ B ਕਿੰਨੇ ਦਿਨਾਂ ਵਿੱਚ ਕੰਮ ਪੂਰਾ ਕਰੇਗਾ। ਹੁਣ ਕੀ ਹੈ ਜੀ ਆ ਜਾਓ ਆਪਣੀ ਸਕਰੀਨ ਦੇ ਉੱਪਰ ਦੇਖੋ। ਆਪਾਂ ਲਿਖ ਲਿਆ ਜੀ ਸਵਾਲ ਲਿਖ ਲਿਆ। ਸਵਾਲ 'ਚ ਕੀ ਕਹਿ ਰਿਹਾ ਸੀ ਵੀ ਇਹ ਜਿੰਨਾ ਸਮਾਂ ਲੈਂਦਾ ਹੈ ਇਹ ਜੀ ਕਿਸੇ ਕੰਮ ਨੂੰ ਕਰਨੇ 'ਚ ਜਿੰਨਾ ਸਮਾਂ ਲੈਂਦਾ ਉਹਨਾਂ ਕੀ ਹੈ ਜੀ B प्लस C ਲੈਂਦੇ ਆ। ਠੀਕ ਹੈ ਜੀ। ਤਾਂ ਫਿਰ ਆਪਾਂ ਦੂਸਰੀ ਕੰਡੀਸ਼ਨ ਦੱਸਤੀ ਵੀ A plus B 10 ਦਿਨਾਂ 'ਚ ਕੰਮ ਕਰਦੇ ਆ ਤੇ C ਜਿਹੜਾ ਜੀ ਉਸੇ ਕੰਮ ਨੂੰ 15 ਦਿਨਾਂ 'ਚ ਕੰਮ ਕਰਦਾ ਹੈ। ਤਾਂ ਆਪਾਂ ਪਹਿਲਾਂ ਵਾਲੀ ਟ੍ਰਿਕ ਲਗਾਵਾਂਗੇ ਐਲਸੀਐਮ ਲੈ ਲਾਂਗੇ। ਐਲਸੀਐਮ ਕਿੰਨਾ ਆਏਗਾ ਜੀ 15 ਦਿਨਾਂ ਦਾ 30 ਆ ਜਾਏਗਾ ਐਲਸੀਐਮ। ਠੀਕ ਹੈ ਜੀ। 30 ਐਲਸੀਐਮ ਆ ਜਾਏਗਾ। ਇੰਨਾ ਐਲਸੀਐਮ ਤੁਹਾਨੂੰ ਆਪੇ ਕੱਢਣਾ ਆਉਂਦਾ ਹੀ ਹੈਗਾ। ਤਾਂ ਕਿੰਨਾ ਆ ਜਾਏਗਾ ਜੀ ਭਾਗ ਕਰੋਗੇ 3 ਆ ਜਾਏਗਾ, ਇੱਧਰ ਕਰੋਗੇ ਤਾਂ 2 ਆ ਜਾਏਗਾ। ਠੀਕ ਹੈ ਜੀ। 3 2 ਦੀ ਕੀ ਆ ਗਈ ਐਫੀਸ਼ੀਐਂਸੀ ਆ ਗਈ। मतलब ਕੀ ਹੈ ਜੀ ਮੈਂ ਕੀ ਕਹਿ ਸਕਦਾ ਜੀ A plus B ਤੇ ਜਿਹੜਾ ਅਨੁਪਾਤ C ਕੀ ਹੈ ਜੀ 3 2 ਦੇ ਕੀ ਹੈ ਜੀ ਇਹਨਾਂ ਦੀ ਐਫੀਸ਼ੀਐਂਸੀ ਹੈ। ਕਿਹੜੀ ਹੈ ਜੀ ਕਾਰਜਸ਼ਮਤਾ ਕਿੰਨੀ ਹੈ ਜੀ 3 2 ਦੀ ਅਨੁਪਾਤ ਵਿੱਚ ਹੈਗੀ ਆ। ਠੀਕ ਹੈ ਜੀ। ਹੁਣ ਦੇਖੋ ਕੀ ਕਹਿ ਰਿਹਾ ਇਹਨਾਂ ਦੀ ਜਿਹੜੀ ਟਾਈਮ ਹੈਗੀ ਹੈ ਐਫੀਸ਼ੀਐਂਸੀ ਵੀ ਫਿਰ ਬਰਾਬਰ ਹੋਵੇਗੀ। ਐਫੀਸ਼ੀਐਂਸੀ ਵੀ ਬਰਾਬਰ ਹੋਵੇਗੀ। ਠੀਕ ਹੈ ਜੀ। मतलब क्या है जेकर इनकी एफिशिएंसी 1 है तो इन्होंने दोनों की 1 होगी। हुण देखो सवाल च की हो रहा सवाल च की हो रहा A प्लस B की एफिशिएंसी है 3 A प्लस B की 3 हैगी है C की कितनी है 2। ठीक है जी। आपां नूं C की पता लग गई 2 हैगी है। इत्थे आपां C नूं 2 लिख दिंदे हैं। ठीक है जी। C नूं आपां 2 लिख दिंदे हैं। A प्लस B की अपने कोल 3 हैगी आ। A प्लस B की 3 हैगी आ। A प्लस B की 3 हैगी आ। हुण आपां इत्थे अलग अलग करना। ठीक है जी। की आपां अलग अलग करना कि B प्लस C की कितनी होगी। तो आपां नूं पहला सवाल च दस दिता कि टाइम जिहड़ा जी A जिन्ने देर काम करदा है उन्हें कि B प्लस C कर दिंदा है। मतलब की हो जाएगा भी A जिहड़ा जी इन्हां चों आपां इहो जी देखो 2 मिनट च लिख दांगा कोई दिक्कत वाली गल नहीं है। बचा कितना जी 1 कितना बच गया 1। हुण देखो की है जेकर इत्थे A हैगा A कोल 2 हैगा मान लो B काम ही नहीं करता B जिहड़ा जी काम नहीं करता तो की है A B प्लस C बराबर हो गए या नहीं होए। देखो आप समझ लें कि A जिहड़ा जी काम कर रहा 2 की है जी एफिशिएंसी हैगी है। ठीक है जी। तो जो B प्लस C है B जी 0 हैगी है तो C जी 2 हैगी आप मान लें। ठीक है। C आप इतों लिया एफिशिएंसी A जी आप मान ली इतों 1 3 च की है जी 2 कट लिया आप बाहर। ठीक है जी। हुण बच गया हुण मान लो 0 हैगी है हुण आपां की जी बच गया इत्थे 1 कितना बच गया 1 बच गया। जे मैं अद्धा इहदे नूं दे दां अद्धा की है जी इहदे विच ऐड कर दां। ठीक है जी। ते हाफ ही मैं इत्थे ले आवां मान लो B दी हाफ ले आवां तो की हैगी इन्हां दी एफिशिएंसी बराबर हो जाएगी A B दी। तुसीं कहोगे सर बिल्कुल बराबर हो जाएगी। ताकि ये अपना आंसर आ जाएगा। ठीक है जी। समझ नहीं लगी होनी दोबारा समझावां तो समझो दोबारा देखो। सवाल च की कह रहा जी देखो
ਆਪਾਂ ਪਹਿਲਾਂ ਇੱਥੇ ਆਏ ਨੇ a + b ਕਿਸੇ ਕੰਮ ਨੂੰ 10 ਦਿਨਾਂ 'ਚ ਕਰਦੇ, ਠੀਕ ਹੈ। ਦੋ ਆਦਮੀ ਹੈਗੇ ਆ, ਦੋਨੋਂ ਕੀ ਹੈ ਜੀ 10 ਦਿਨਾਂ 'ਚ ਕਰਦੇ ਨੇ। ਤੀਸਰਾ ਆਦਮੀ ਕਿ ਜੀ ਇਕੱਲਾ ਜਦੋਂ ਕੰਮ ਕਰਦਾ ਹੈ ਤਾਂ ਉਹ ਕੀ 15 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦਾ ਹੈ, ਠੀਕ ਹੈ। ਹੁਣ ਆਪਾਂ ਨੂੰ ਨਾਲ ਨਾਲ ਕੀ ਕਿਹਾ ਵੀ ਜੇਕਰ ਇਕੱਲਾ a ਕੰਮ ਕਰੇ, ਇਕੱਲਾ a ਕੰਮ ਕਰੇ ਤਾਂ ਉਹ ਕੀ ਹੈ ਜੀ b + c ਦਾ ਜਿੰਨਾ ਹੀ ਟਾਈਮ ਲਵੇਗਾ। ਇਹ ਕੀ ਟਾਈਮ ਦਾ ਰੇਸ਼ੋ ਹੁੰਦਾ ਹੈ, ਠੀਕ ਹੈ ਜੀ, ਟਾਈਮ ਦਾ ਰੇਸ਼ੋ, ਠੀਕ ਹੈ। ਜੇ ਆਪਾਂ ਇਹਨਾਂ 'ਚ ਟਾਈਮ ਕੱਢਾਂਗੇ, ਦੇਖੋ ਹੁਣ ਆਪਾਂ ਨੂੰ ਕੀ ਹੈ ਇਹ ਤੋਂ ਸਮਝ ਲਓ ਕਿ a = b + c ਹੈ, a = b + c ਹੈ। ਪਰ ਆਪਾਂ ਨੂੰ ਦਿੱਤਾ ਕੀ ਹੈ ਜੀ a + b ਤੇ c। ਹੁਣ ਦੇਖੋ ਚੁੱਪ ਕਰਕੇ ਤੋਂ c ਦਾ ਕੱਢ ਲਓ, c ਨੂੰ ਬਾਹਰ ਕੱਢ ਲਓ 3, ਇੱਥੇ ਕੀ ਹੈ ਜੀ 3 ਲਿਖ ਦਿਓ, 3 2 ਹੈਗਾ ਨਾ, ਤਾਂ ਇੱਥੇ 2 ਲਿਖ ਦਿਓ, 2 ਲਿਖਤਾ, ਠੀਕ ਹੈ ਜੀ, 2 ਆਪਾਂ ਲਿਖਤਾ। ਹੁਣ ਦੇਖੋ ਕੀ ਹੈ ਜਿਹੜਾ ਆ 3 ਹੈਗਾ, ਜਿਹੜਾ ਇਹ ਐਫੀਸ਼ੀਐਂਸੀ ਕਿੰਦੀ ਹੈ a + b ਦੀ ਹੈ, a + b ਦੀ ਹੈਗੀ ਆ। ਤਾਂ ਮੈਂ ਇਹੋ ਜੀ ਕਿਹੜੀ ਚੀਜ਼ ਚੱਕਾਂ ਵੀ ਇੱਥੇ ਬਰਾਬਰ ਹੋ ਜਾਵੇ, 3 ਚੋਂ ਇਹੋ ਜੀ ਕਿਹੜੀ ਚੀਜ਼ ਚੱਕਾਂ ਜਿਹੜੀ ਬਰਾਬਰ ਹੋ ਜਾਏ, ਤਾਂ 2 ਹੀ ਚੱਕਾਂਗਾ, 2 ਹੀ ਚੱਕਾਂਗਾ ਤਾਂ ਬਰਾਬਰ ਹੋ ਗਈ। ਹੁਣ ਮੈਂ ਇਹਨੂੰ ਬਰਾਬਰ ਲਿਖ ਸਕਦਾ, ਤੁਸੀਂ ਕਹੋ ਹਾਂਜੀ 2 ਲਿਖਦਾ। ਹੁਣ ਦੇਖੋ ਇਹਦੇ ਚੋਂ ਕਿੰਨੀ ਬਚ ਗਈ, ਮੈਂ -2 ਲੈ ਗਿਆ ਉਧਰ, 1 ਬਚ ਗਈ। ਹੁਣ ਦੇਖੋ 1 ਜੇਕਰ ਮੈਂ ਲਿਖਾਂ, ਹੁਣ ਮੈਂ ਬਰਾਬਰ ਕਰਨੀ ਹੈ, 1 ਨੂੰ ਕੀ ਹੈ ਜੀ ਆਪਾਂ a ਤੇ b 'ਚ ਬਰਾਬਰ ਵੰਡ ਦਈਏ, 1 ਨੂੰ a ਤੇ b 'ਚ ਬਰਾਬਰ ਵੰਡ ਦਈਏ ਤਾਂ ਉਹ ਕਿੰਨਾ ਆ ਜਾਏਗਾ, ਹਾਫ ਆ ਜਾਏਗਾ। ਤਾਂ ਕੀ ਹੈ ਮੈਂ ਜੇਕਰ ਇੱਥੇ 1/2 ਲਿਖਦਾ, b ਦਾ ਕੀ ਹੈ ਜੀ 1/2 ਲਿਖਦਾ ਤੇ a ਨੂੰ +1/2 ਹੋਰ ਕਰਦਾ ਤਾਂ ਕੀ ਹੈ ਇਕੁਏਸ਼ਨਸ ਬਰਾਬਰ ਹੋ ਜਾਏਗੀ। ਤਾਂ ਤੁਸੀਂ ਕਹੋਗੇ ਸਰ ਬਿਲਕੁਲ 2.5 ਬਰਾਬਰ ਆ ਜਾਏਗੀ ਨਾ। ਲੱਗੀ ਸਮਝ ਕੀ ਹੋ ਰਿਹਾ? ਇਹਨੇ ਤੇ ਆਪਾਂ ਨੂੰ ਸਿਰਫ ਇੰਨਾ ਰਿਲੇਟ ਕਰਨਾ ਹੁੰਦਾ ਹੈ, ਇੰਨਾ ਹੀ ਆਪਾਂ ਨੂੰ ਕੀ ਹੈ ਰਿਲੇਟ ਕਰਨਾ ਹੁੰਦਾ ਹੈ ਕਿ ਜਿਹੜਾ a + b ਦੀ ਆਪਾਂ ਨੂੰ ਦੇ ਦੂਗਾ ਵੀ ਹਾਂ ਇਹਨੇ ਦਿਨਾਂ 'ਚ ਕੰਮ ਪੂਰਾ ਕਰਦੇ ਆ, ਪਰ ਆਪਾਂ ਨੂੰ ਦੇਊਗਾ ਕਿ a = b + c ਹੈਗਾ ਜਿੰਨਾ ਟਾਈਮ ਵਿੱਚ ਕੰਮ ਪੂਰਾ ਕਰਦੇ ਆ, ਠੀਕ ਹੈ। ਥੋੜਾ ਜਿਹਾ ਮਤਲਬ ਕਿਹਾ ਐਡਵਾਂਸ ਲੈਵਲ ਹੈਗਾ ਥੋੜਾ ਜਿਹਾ, ਤਾਂ ਸਮਝੋ, ਥੋੜਾ ਜਿਹਾ ਧਿਆਨ ਨਾਲ ਸਮਝੋ ਕੀ ਕਹਿ ਰਿਹਾ, ਦੁਬਾਰਾ ਸਮਝ ਲਓ ਕਿ ਜਿਹੜੇ a ਮੰਨ ਲਓ a ਕੀ ਹੈ ਜੀ 2 ਦਿਨਾਂ 'ਚ ਕੰਮ ਕਰਦਾ, ਠੀਕ ਹੈ ਜੀ, 2 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦਾ। ਤੇ ਜਿਹੜਾ b + c ਹੈਗਾ ਉਹ ਵੀ 2 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦੇ ਆ। ਇਹਦਾ ਮਤਲਬ ਇਹ ਆ ਸਵਾਲ ਦੇ ਕਹਿਣ ਦਾ, ਠੀਕ ਹੈ ਜੀ। ਪਰ ਆਪਾਂ ਨੂੰ ਕੀ ਕਹਿ ਰਿਹਾ ਕਿ ਜਿਹੜੇ a + b ਜਦੋਂ ਕੰਮ ਕਰਦੇ ਆ 10 ਦਿਨਾਂ 'ਚ ਪੂਰਾ ਕਰ ਦਿੰਦੇ ਆ, 10 ਦਿਨਾਂ ਵਿੱਚ ਪੂਰਾ ਕਰ ਦਿੰਦਾ। ਜਦੋਂ c ਇਕੱਲਾ ਲੱਗਦਾ ਤਾਂ 15। ਹੁਣ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ ਇਕੱਲੀ c ਦੀ ਐਫੀਸ਼ੀਐਂਸੀ। ਆਪਾਂ ਕੀ ਹੈ ਜੀ ਮੰਨ ਲਓ a b c ਦੀ ਕੱਢਣੀ ਹੈ, a b c, ਠੀਕ ਹੈ ਜੀ, a b c ਦੀ ਕੱਢਣੀ ਹੈ। ਐਫੀਸ਼ੀਐਂਸੀ ਕੱਢਣ ਲਈ ਆਪਾਂ ਨੂੰ ਪਤਾ ਹੈ ਵੀ ਇਹਦੇ 'ਚ ਪਲੱਸ ਕਰਕੇ ਤਾਂ ਇਹ ਬਰਾਬਰ ਹੈਗਾ। ਪ੍ਰਸ਼ਨ ਇਹ ਦਿੱਤਾ ਹੋਇਆ ਹੈ ਕਿ ਜੇ a ਦੀ ਐਫੀਸ਼ੀਐਂਸੀ ਹੈ ਉਹ a b + c ਦੇ ਬਰਾਬਰ ਹੈਗੀ ਹੈ, ਠੀਕ ਹੈ। ਸਵਾਲ 'ਚ ਲਿਖਿਆ ਹੋਇਆ ਟਾਈਮ ਬਰਾਬਰ ਹੈ। ਦੇਖੋ ਟਾਈਮ ਦਾ ਉਲਟ ਮੈਂ ਤੁਹਾਨੂੰ ਦੱਸਿਆ ਸੀ, ਟਾਈਮ ਦੇ ਉਲਟ ਕੀ ਹੁੰਦੀ ਹੈ ਜੀ ਐਫੀਸ਼ੀਐਂਸੀ ਹੁੰਦੀ ਹੈ, ਠੀਕ ਹੈ ਜੀ, 1/2 ਐਫੀਸ਼ੀਐਂਸੀ ਹੁੰਦੀ ਹੈ। ਮਤਲਬ ਟਾਈਮ ਜੇਕਰ ਹੈਗਾ ਤਾਂ ਉਹਦੇ ਬਰਾਬਰ ਕੀ ਹੈ ਜੀ ਐਫੀਸ਼ੀਐਂਸੀ ਹੋ ਜਾਂਦੀ ਹੈ। ਹੁਣ ਦੇਖੋ ਕੀ ਕਹਿ ਰਿਹਾ, ਜਿਹੜੀ ਐਫੀਸ਼ੀਐਂਸੀ ਹੈਗੀ ਆ a + b, a ਦੀ ਜਿਹੜੀ ਐਫੀਸ਼ੀਐਂਸੀ ਹੈਗੀ ਆ, a ਦੀ ਜਿਹੜੀ ਕਾਰਜਸ਼ਮਤਾ ਹੈਗੀ ਆ ਉਹ b + c ਦੇ ਬਰਾਬਰ ਹੈਗੀ ਆ। ਤਾਂ ਹੁਣ ਆਪਾਂ ਨੂੰ ਇਥੋਂ c ਦੀ ਐਫੀਸ਼ੀਐਂਸੀ ਦਾ ਪਤਾ ਲੱਗ ਗਿਆ ਕਿੰਨੀ ਸੀ, 2। c ਦੀ ਐਫੀਸ਼ੀਐਂਸੀ ਕਿੰਨੀ ਸੀ, 2। ਜੇ ਮੈਂ a ਦੀ ਵੀ 2 ਲਿਖਦਾ ਤਾਂ ਬਰਾਬਰ ਹੋ ਜਾਏਗਾ, ਇੱਥੋਂ ਮੈਂ 2 ਚੱਕ ਲਾਂ ਤਾਂ ਬਰਾਬਰ ਹੋ ਜਾਏਗਾ, ਠੀਕ ਹੈ। ਹੁਣ ਬਚਿਆ ਕਿੰਨਾ, ਇੱਥੋਂ 1 ਬਚ ਗਿਆ। 1 ਨੂੰ ਜੇਕਰ ਮੈਂ ਦੋਨਾਂ 'ਚ ਹਾਫ ਕਰਦਾ, ਜੇ ਦੋਨਾਂ 'ਚ ਕੀ ਹੈ ਜੀ ਅੱਧਾ ਕਰਦਾ ਤਾਂ ਇਹਦੀ ਕਿੰਨੀ ਆ ਗਈ 1/2। ਤਾਂ ਇੱਥੇ ਕਿੰਨੀ ਆ ਗਈ 1/2। ਤਾਂ b ਦੀ ਐਫੀਸ਼ੀਐਂਸੀ ਕਿੰਨੀ ਆ ਗਈ ਜੀ 1/2। ਤਾਂ 30 ਟੋਟਲ ਵਰਕ ਹੈਗਾ, 1/2 ਨਾਲ ਕਰ ਦੋਗੇ ਤਾਂ ਕਿੰਨਾ ਆਏਗਾ 15 ਡੇਜ਼ ਤੁਹਾਡਾ ਆਨਸਰ ਆ ਜਾਏਗਾ, ਠੀਕ ਹੈ ਜੀ। ਤਾਂ ਕਿੰਨਾ ਆ ਜਾਏਗਾ ਤੁਹਾਡਾ, ਦੋ ਮਿੰਟ ਰੁਕੋ, किधर गया सवाल, 26 नंबर से 28 नंबर, 28 नंबर। देखो 15 नंबर बी के ऑप्शन अपना बिल्कुल सही है, ठीक है। तो 15 दिनों च की अपना काम नू पूरा हो जाएगा, ठीक है। तो देखो ये सवाल सीगा, अब मान लेने कि होर सवाल चक लेने, आप होर नवा सवाल कर लेने, बिल्कुल इहदे ही बेस के उपर करांगे आप। की है जी सवाल, चलो आपके वालों ही करवाना मैं, ठीक है। मान लो a बराबर है जी b + c दे, a बराबर है जी b + c दे टाइम, मतलब कि जिन्ने टाइम a काम करता है उन्ने ही टाइम जी b + c काम करते हैं, ठीक है। जिन्ने टाइम a कला काम करता है उन्ने टाइम जी b + c काम कर देते हैं। तो अपन कह रहा है a + b किसी काम नू 15 दिनों में करते हैं, c जिहड़ा जी आपां नू 10 दिनों में काम नू पूरा कर दिंदा, ठीक है जी। c जिहड़ा हैगा
10 ਨਹੀਂ ਲੈਂਦੇ ਆਪਾਂ, ਇਹਨੂੰ ਹੋਰ ਵਧਾਵਾਂਗੇ ਤਾਂ 20 ਲੈ ਚੱਲਦੇ ਆ। ਠੀਕ ਹੈ ਜੀ, 20 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦਾ ਹੈ। ਹੁਣ ਆਪਣਾ ਪਹਿਲਾ ਕੰਮ ਕੀ ਹੈ ਜੀ, ਦੇਖੋ ਜੇਕਰ ਟਾਈਮ ਹੈਗਾ, ਟਾਈਮ ਬਰਾਬਰ ਹੈਗਾ ਤਾਂ ਐਫੀਸ਼ੀਐਂਸੀ ਵੀ ਬਰਾਬਰ ਹੋਵੇਗੀ। ਠੀਕ ਹੈ ਜੀ, ਇਹ ਤੁਸੀਂ ਗੱਲ ਧਿਆਨ ਰੱਖਣੀ ਹੈ ਵੀ A ਦੀ ਐਫੀਸ਼ੀਐਂਸੀ ਬਰਾਬਰ ਕਿੰਦੀ ਹੋਏਗੀ, B + C ਦੀ ਕਾਰਜਸ਼ਮਤਾ ਦੇ ਬਰਾਬਰ ਹੋਵੇਗੀ। ਹੁਣ ਆਪਾਂ ਇੱਥੋਂ ਕੀ ਜੀ ਐਫੀਸ਼ੀਐਂਸੀ ਕੱਢ ਲੈਂਦੇ ਆ, ਕੱਢ ਲਈ ਐਫੀਸ਼ੀਐਂਸੀ ਕੀ ਆ ਜਾਏਗੀ, 15 ਤੇ 20 ਦੀ ਆਏਗੀ 60। ਠੀਕ ਹੈ ਜੀ, 60 ਆ ਜਾਏਗੀ, 15 ਚੌਕੀ 60 ਹੁੰਦਾ ਹੈ ਤੇ 20 ਤੀਆ 60 ਹੁੰਦਾ ਹੈ। ਠੀਕ ਹੈ ਜੀ, 20 ਤੀਆ 60 ਹੁੰਦਾ, 15 ਚੌਕੀ 60 ਹੁੰਦਾ ਹੈ। ਠੀਕ ਹੈ ਜੀ, ਮੈਂ ਕੀ ਲਿਖਿਆ, ਟਾਈਮ ਨੂੰ ਕੀ ਜੀ ਐਫੀਸ਼ੀਐਂਸੀ, ਜੇ ਟਾਈਮ ਬਰਾਬਰ ਹੈਗਾ ਤਾਂ ਐਫੀਸ਼ੀਐਂਸੀ ਵੀ ਬਰਾਬਰ ਹੋਵੇਗੀ। ਪਰ ਐਫੀਸ਼ੀਐਂਸੀ ਕਿੰਨੀ ਹੈ ਜੀ, A + B ਦੀ, A + B ਦੀ 4 ਹੈਗੀ ਆ, C ਦੀ 3 ਹੈਗੀ ਆ। ਮੈਂ ਇੱਥੋਂ ਚੱਕ ਕੇ C ਨੂੰ 3 ਲਿਖ ਦੇਵਾਂ, 3 ਲਿਖ ਦੇਣਾ। ਠੀਕ ਹੈ ਜੀ, 3 ਲਿਖ ਦੇਣਾ। ਜੇ ਮੈਨੂੰ ਇੱਧਰ ਬਰਾਬਰ ਕਰਨਾ ਹੈ, ਇੱਧਰ ਬਰਾਬਰ ਕਰਨਾ ਹੈ ਤਾਂ ਕੀ ਹੈ, ਮੈਨੂੰ 3 ਲਿਖਣਾ ਪਊਗਾ, ਇਹ ਚੱਕ ਕੇ A ਵਾਲਾ 3 ਚੱਕ ਕੇ ਲਿਖਣਾ ਪਊਗਾ। ਤੁਸੀਂ ਕਹੋ ਸਰ ਠੀਕ ਹੈ 3 ਲਿਖ ਲਓ। ਹੁਣ ਬਰਾਬਰ ਹੈਗੀ ਆ ਤਾਂ ਬਚਿਆ ਕਿੰਨਾ, ਇੱਥੋਂ ਬਚ ਗਿਆ 1। ਕਿੰਨਾ ਬਚ ਗਿਆ ਜੀ, 1 ਬਚ ਗਿਆ। ਹੁਣ 1 ਨੂੰ ਕੀ ਹੈ ਜੀ, ਆਪਾਂ A 'ਚ ਹੀ ਵੰਡਣਾ ਹੈ ਤੇ B 'ਚ ਹੀ ਵੰਡਣਾ ਹੈ, ਤਾਂ ਅੱਧਾ ਅੱਧਾ ਹੋ ਜਾਏਗਾ, ਤਾਂ ਇਹਦਾ ਵੀ ਹਾਫ ਆ ਜਾਏਗਾ, ਇਹਦਾ ਵੀ ਹਾਫ ਆ ਜਾਏਗਾ। ਤਾਂ ਆਪਣੇ ਕੋਲ ਕੀ ਹੈ ਜੀ, B ਦੀ ਕਿੰਨੀ ਆ ਜਾਏਗੀ, B ਦੀ ਐਫੀਸ਼ੀਐਂਸੀ ਆ ਜਾਏਗੀ ਆਪਣੇ ਕੋਲ 1/2 ਐਫੀਸ਼ੀਐਂਸੀ ਆ ਜਾਏਗੀ। ਲੱਗੀ ਸਮਝ ਜਾਂ ਨਹੀਂ, ਦੱਸੋ ਲੱਗੀ ਸਮਝ ਜਾਂ ਨਹੀਂ। ਹੁਣ ਦੇਖੋ ਆਪਾਂ ਹੋਰ ਸਵਾਲ ਚੱਕ ਲੈਂਦੇ ਹਾਂ, ਹੋਰ ਸਵਾਲ ਚੱਕ ਲੈਂਦੇ ਹਾਂ। ਸਵਾਲਾਂ ਬਾਰੇ ਆਪਾਂ ਨੂੰ ਕੋਈ ਕਮੀ ਨਹੀਂ। ਮੰਨ ਲਓ A ਦਾ A ਜਿੰਨੇ ਦਿਨਾਂ 'ਚ ਕੰਮ ਕਰਦਾ ਜੀ, B + C ਉਹਨਾਂ ਟਾਈਮ ਲਗਾਉਂਦੇ ਆ, ਤੇ A + B, ਮੰਨ ਲਓ A + B ਕਿੰਨੇ ਜੀ 5 ਦਿਨਾਂ 'ਚ ਕੰਮ ਨੂੰ ਪੂਰਾ ਕਰਦੇ ਆ। C ਕਿੰਨਾ ਜੀ, ਇਹ ਕਰਦੇ ਆ ਜੀ ਆਪਣਾ 10 ਦਿਨਾਂ 'ਚ ਕੰਮ ਨੂੰ ਪੂਰਾ ਕਰ ਦਿੰਦਾ। ਠੀਕ ਹੈ ਜੀ, ਮੈਂ ਤੁਹਾਨੂੰ ਕੀ ਦੱਸਿਆ ਹੈਗਾ, ਇਹਦਾ ਐਲਸੀਐਮ ਲੈ ਲਓ। ਐਲਸੀਐਮ ਕਿੰਨਾ ਆਏਗਾ ਜੀ, 5 ਤੇ 10 ਆ ਜਾਏਗਾ, 10 ਆ ਜਾਏਗਾ। ਇਹਦਾ ਕਿੰਨਾ ਆ ਗਿਆ, 2 ਐਫੀਸ਼ੀਐਂਸੀ 1। ਮੈਂ ਤੁਹਾਨੂੰ ਕਿਹਾ ਵੀ C ਦੀ ਐਫੀਸ਼ੀਐਂਸੀ ਕਿੰਨੀ ਹੈ, 1। C ਦੀ ਐਫੀਸ਼ੀਐਂਸੀ ਇੱਥੇ ਰੱਖ ਦਿਓ 1। ਠੀਕ ਹੈ ਜੀ, 1 ਰੱਖਤੀ। ਉਸ ਤੋਂ ਬਾਅਦ ਕੀ ਹੈ ਜੀ, ਜਿਹੜੇ B + C ਹੈਗਾ, B + C ਹੈਗਾ, ਮੈਂ ਇਹਦੇ 'ਚੋਂ 1 ਲੈ ਜਾ, ਕਿਉਂਕਿ ਮੈਨੂੰ ਬਰਾਬਰ ਕਰਨੀ ਇਕੁਏਸ਼ਨ। ਮੈਂ ਇਹਦੇ 'ਚੋਂ 1 ਚੱਕ ਕੇ ਲੈ ਗਿਆ, ਬਚਿਆ ਕਿੰਨਾ, 1 ਬਚ ਗਿਆ। ਕਿੰਨਾ ਬਚ ਗਿਆ ਜੀ, 1 ਬਚ ਗਿਆ। 1 ਨੂੰ ਕੀ ਕਰਾਂਗਾ, ਮੈਂ ਦੋਨਾਂ ਵਿੱਚ ਵੰਡ ਦਾਂਗਾ, ਤਾਂ ਕਿੰਨਾ ਆਏਗਾ, 1/2 A 'ਚ ਪਲੱਸ ਹੋ ਜਾਏਗਾ ਤੇ 1/2 ਕਿੰਦਾ ਆਏਗਾ, B ਦੀ ਐਫੀਸ਼ੀਐਂਸੀ ਆ ਜਾਏਗੀ। ਜੇ ਆਪਾਂ ਨੂੰ ਕਹੇਗਾ ਜੀ ਕੰਮ B ਕਿੰਨੇ ਦਿਨਾਂ 'ਚ ਪੂਰਾ ਕਰੇਗਾ, ਤਾਂ ਕੀ 10/1/2 ਕਰ ਦੋ, ਤਾਂ ਕਿੰਨਾ ਆਏਗਾ ਜੀ ਆਪਣੇ ਕੋਲ 5 ਦਿਨ ਆ ਜਾਣਗੇ। 5 ਦਿਨਾਂ 'ਚ ਕੰਮ ਪੂਰਾ ਹੋ ਜਾਏਗਾ ਜੇ ਇਕੱਲਾ B ਕਰੇਗਾ। ਠੀਕ ਹੈ ਜੀ, ਲੱਗੀ ਸਮਝ ਜਾਂ ਨਹੀਂ, ਦੱਸੋ ਮੈਨੂੰ ਲੱਗੀ ਸਮਝ ਜਾਂ ਨਹੀਂ। ਹੁਣ ਦੇਖੋ ਆਪਾਂ ਹੋਰ ਇਕੁਏਸ਼ਨ ਚੱਕ ਲੈਂਦੇ ਆ, ਨਵੀਂ ਇਕੁਏਸ਼ਨ। ਦੇਖੋ ਅੱਜ ਨਵਾਂ ਟੌਪਿਕ ਜਿਹੜਾ ਚੱਲ ਰਿਹਾ ਹੈਗਾ, ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਆ ਗਿਆ ਹੋਣਾ। ਦੇਖੋ ਕਿੰਨਾ ਜੀ, 27 ਨੰਬਰ ਨਹੀਂ 29 नंबर सवाल है जी, कि जी A B तथा C किसी काम को 36 दिन में करते हैं। ठीक है जी, A + B + C 36 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦੇ ਆ। ਠੀਕ ਹੈ ਜੀ, ਕਰ ਦਿੰਦੇ ਆ ਤਾਂ ਵਧੀਆ ਗੱਲ ਹੈ। ਫਿਰ ਕੀ ਕਹਿੰਦਾ ਜੀ, ਉਹ A और B साथ मिलकर C से दुगना काम करते हैं। A + B ਦੀ ਐਫੀਸ਼ੀਐਂਸੀ ਹੈਗੀ ਹੈ ਜੀ ਕਿੰਨੇ ਤੋਂ, ਦੁੱਗਣੀ ਹੈਗੀ ਆ C ਤੋਂ। ਠੀਕ ਹੈ ਜੀ, ਦੁੱਗਣੀ ਕੀ ਹੈ ਜੀ, C ਤੋਂ ਹੈਗੀ ਆ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦਾ ਜੀ ਆਪਣੇ ਕੋਲ, A C साथ मिलकर काम B से 3 गुना करते हैं। ठीक है जी, A + C जगह काम करते हैं तो वो की है जी B तो 3 गुना काम ज्यादा करते हैं। ठीक है, 3 गुना काम ज्यादा करते हैं, तो C कितने दिन में काम करेगा। ठीक है, तो देखो सवाल आ गया, तो आप बोर्ड पे आ जाओ। देखो सवाल की कह रहा है, सवाल देखो, सवाल बहुत सौखा सवाल है। की कह रहा है भी A + B C 3 कोई बंदे हैगे आ। ठीक है जी, की 36 ਦਿਨਾਂ ਵਿੱਚ ਆਪਣਾ ਕੰਮ ਨੂੰ ਪੂਰਾ ਕਰ ਦਿੰਦੇ ਆ, 36 ਦਿਨ ਲਾਉਂਦੇ ਆ। ਓਕੇ ਜੀ, ਇੰਨੀ ਗੱਲ ਸਮਝ ਲੱਗ ਗਈ। ਹੁਣ ਉਹ ਕਹਿ ਰਿਹਾ ਵੀ ਜਿਹੜੇ A + B, ਜੇਕਰ A + B ਕੰਮ ਕਰਦੇ ਆ ਤਾਂ ਉਹ C ਤੋਂ ਦੁੱਗਣਾ ਕੰਮ ਕਰਦੇ ਆ, C ਤੋਂ ਦੁੱਗਣਾ ਕੰਮ ਕਰਦੇ ਆ। ਤਾਂ ਮੈਂ ਤੁਹਾਨੂੰ ਕਿਹਾ ਦੁੱਗਣਾ ਦਾ ਮਤਲਬ ਕੀ ਹੁੰਦਾ, 2:1 ਕਿਹਾ ਸੀ ਨਾ ਪਿਛਲੀ ਕਲਾਸ। ਜੇ ਨਹੀਂ ਦੇਖੀ ਤਾਂ ਦੇਖ ਲਓ ਜਲਦੀ। ਦੇਖੋ ਕੀ ਕਿਹਾ ਸੀ ਮੈਂ, ਕਿ ਜਦੋਂ ਵੀ ਕੀ ਹੈ ਲਿਖਿਆ ਹੋਵੇ A + B किसी C से 2 गुना काम करते हैं तो 2:1 ਦੀ ਅਨੁਪਾਤ ਆ ਜਾਏਗੀ। 2 ਅਨੁਪਾਤ ਕਿੰਦੀ ਹੈ, A + B ਦੀ, 1 ਅਨੁਪਾਤ ਹੈ C ਦੀ। ਠੀਕ ਹੈ ਜੀ, ਹੁਣ ਤੁਸੀਂ ਕਹੋਗੇ ਐਵੇਂ ਕਿਉਂ ਲਿਖਿਆ ਹੈ, ਤਾਂ ਇਹ ਲਿਖਣ ਦਾ ਕੁਝ ਰੀਜ਼ਨ ਹੈਗਾ। ਤਾਂ ਦੇਖੋ ਕਿ A + C ਜਿਹੜੇ ਹੈਗੇ ਆ, ਫਿਰ ਦੂਸਰੀ ਲਾਈਨ 'ਚ ਕਹਿੰਦਾ A + C ਹੈਗੇ ਆ ਉਹ B ਤੋਂ 3 गुना काम करते हैं, 3 गुना ਕੰਮ ਜ਼ਿਆਦਾ ਕਰਦੇ हैं, ਤਾਂ ਕੀ ਹੈ 3:1 ਦੀ ਅਨੁਪਾਤ ਆ ਗਈ।
ਇੰਨੀ ਗੱਲ ਸਮਝ ਲੱਗ ਗਈ ਸਾਰਿਆਂ ਨੂੰ? ਤੁਸੀਂ ਕਹੋ ਹਾਂਜੀ ਲੱਗ ਗਈ ਸਮਝ। ਹੁਣ ਦੇਖੋ, ਹੁਣ ਮੈਂ ਜੇਕਰ ਇਹਨਾਂ ਦਾ ਪਲੱਸ ਕਰ ਲਾਂ, ਜੇ ਮੈਂ ਇਹਨਾਂ ਨੂੰ ਪਲੱਸ ਕਰਦਾ ਤਾਂ ਕਿੰਨਾ ਆਏਗਾ 3, ਇਹਦਾ ਕਿੰਨਾ ਆ ਜਾਏਗਾ 4। ਤਾਂ ਕੀ ਹੁੰਦਾ, ਆਪਾਂ ਇਥੋਂ B ਤੇ C ਦੀ ਕੀ ਹੈ ਰੇਸ਼ੋ ਕੱਢਾਂਗੇ, ਮਤਲਬ B ਤੇ C ਦੀ ਕਾਰਜਸ਼ਮਤਾ ਕੱਢ ਕੇ ਚੱਲਾਂਗੇ। ਠੀਕ ਹੈ ਜੀ। ਤਾਂ ਕੀ ਹੈ, ਇਹਨਾਂ ਨੂੰ ਬਰਾਬਰ ਕਰਨਾ ਹੈ। ਇੱਥੇ ਵੀ ਕੀ ਹੈ ਜੀ ਬਰਾਬਰ ਕਰਨਾ, ਇੱਥੇ ਬਰਾਬਰ ਕਰਨਾ। ਤਾਂ ਕੀ ਕਰਾਂਗਾ ਮੈਂ, ਇਹਨੂੰ 4 ਨਾਲ ਗੁਣਾ ਕਰ ਦਿੰਦਾ, ਇਹਨੂੰ ਵੀ 4 ਨਾਲ ਗੁਣਾ ਕਰ ਦਿੰਦਾ। ਇੱਥੇ ਕੀ ਹੈ ਜੀ, ਇਹਨੂੰ ਸੋਰੀ 3 ਨਾਲ ਕਰਾਂਗਾ। ਠੀਕ ਹੈ ਜੀ, ਇਹਨੂੰ 3 ਨਾਲ ਕਰਾਂਗਾ, ਇੱਥੇ 4 ਨਾਲ, ਇੱਥੇ ਵੀ 4 ਨਾਲ, ਇੱਥੇ 3 ਨਾਲ, ਇੱਥੇ 3 ਨਾਲ। ਠੀਕ ਹੈ ਜੀ। ਤਾਂ ਇਹ ਕੀ ਬਰਾਬਰ ਹੋ ਜਾਏਗਾ। ਇਹ ਕਿੰਨਾ ਹੋ ਗਿਆ ਜੀ 12 ਹੋ ਗਿਆ। ਠੀਕ ਹੈ ਜੀ, ਇਹ ਵੀ 12 ਹੋ ਗਿਆ। ਤਾਂ ਉੱਪਰੋਂ ਚੱਲਾਂਗੇ ਤਾਂ ਇਹ ਵਾਲਾ ਕਿੰਨਾ ਹੋ ਗਿਆ 4। ਠੀਕ ਹੈ ਜੀ, ਇਹ ਕਿੰਨਾ ਹੋ ਗਿਆ 4 ਹੋ ਗਿਆ। ਤੇ ਇਹ ਕਿੰਨਾ ਹੋ ਗਿਆ ਜੀ 8, 4 ਤੇ 8 ਹੋ ਗਏ। ਇਹ ਕਿੰਨਾ ਹੋ ਗਿਆ ਜੀ 3, ਇਹ ਕਿੰਨਾ ਹੋ ਗਿਆ 3 ਤੀਏ 9। ਠੀਕ ਹੈ ਜੀ, ਇਹ ਆ ਗਿਆ ਐਫੀਸ਼ੀਐਂਸੀ। ਹੁਣ ਦੇਖੋ B plus C ਦੀ ਕਿੰਨੀ ਹੈ 8, C ਦੀ ਇਕੱਲੇ ਦੀ ਕਿੰਨੀ ਹੈ 4। ਤਾਂ ਮੈਂ ਕੀ ਲਿਖ ਸਕਦਾ A ਅਨੁਪਾਤ B ਅਨੁਪਾਤ C ਦੀ ਆ ਗਈ ਜੀ ਆਪਣੇ ਕੋਲ 4, B ਦੀ ਕਿੰਨੀ ਆ ਗਈ 3, ਟੋਟਲ ਕਿੰਨੀ ਹੈ ਜੀ 12। ਟੋਟਲ ਕਿੰਨੀ ਹੋ ਗਈ 12। ਤਾਂ 12 ਚ ਕਿੰਨੇ ਰਹਿ ਗਏ ਜੀ 4 3 7 ਤੇ 5 12। ਇਹ ਆਪਣੀ ਐਫੀਸ਼ੀਐਂਸੀ ਆ ਗਈ। ਹੁਣ ਕਹਿ ਰਿਹਾ ਜੀ ਪ੍ਰਸ਼ਨ ਚ C ਦਾ ਮਾਨ ਕੱਢੋ, C ਕਿੰਨੇ ਦਿਨਾਂ ਵਿੱਚ ਕੰਮ ਨੂੰ ਪੂਰਾ ਕਰੇਗਾ। C ਦੀ ਐਫੀਸ਼ੀਐਂਸੀ ਆ ਗਈ 4। ਠੀਕ ਹੈ ਜੀ, ਟੋਟਲ ਵਰਕ ਹੈਗਾ 36, 36 ਨੂੰ 4 ਨਾਲ ਭਾਗ ਕਰ ਦੋਗੇ ਤਾਂ 9 ਡੇਜ਼ ਵਿੱਚ ਕੰਮ ਪੂਰਾ ਹੋ ਜਾਏਗਾ। ਜੇ ਕਹੇਗਾ B ਕਿੰਨੇ ਦਿਨਾਂ ਚ ਕੰਮ ਪੂਰਾ ਕਰੇਗਾ ਤਾਂ 36/3 ਕਰ ਦੋ, ਕਿੰਨਾ ਆ ਗਿਆ ਜੀ 12 ਤੀਆ 36। ਠੀਕ ਹੈ ਜੀ, ਜੇਕਰ A ਕਹੂਗਾ A ਦਾ ਕੀ ਹੈ ਜੀ ਫਿਰ ਪੁਆਇੰਟਾਂ ਚ ਆ ਜਾਊਗਾ। ਤਾਂ ਕਿਵੇਂ 36/5 ਤੇ ਕਿੰਨਾ ਗਿਆ 7 5 35.1 ਸਹੀ 5/2। ਠੀਕ ਹੈ ਜੀ, 1 ਸਹੀ 5/2 ਆ ਜਾਏਗਾ, 1/5 ਆ ਜਾਏਗਾ। ਠੀਕ ਹੈ ਜੀ, ਇਹ ਕੀ ਸੀ ਆਪਣਾ ਸਵਾਲ ਸੀਗਾ। ਦੇਖੋ ਕੀ ਕਹਿ ਰਿਹਾ ਸਵਾਲ 'ਚ ਕਿ ਕੋਈ 3 ਬੰਦੇ ਹੈਗੇ ਆ, ਕੰਮ ਲੱਗੇ ਹੋਏ ਆ, 36 ਦਿਨਾਂ 'ਚ ਕੰਮ ਨੂੰ ਪੂਰਾ ਕਰ ਦਿੰਦੇ ਆ। ਠੀਕ ਹੈ, 36 ਦਿਨਾਂ 'ਚ ਕੰਮ ਪੂਰਾ ਕਰ ਦਿੱਤਾ। ਹੁਣ ਉਹਨਾਂ ਕਿਹਾ ਵੀ ਜਿਹੜੇ A ਤੇ B ਹੈਗੇ ਆ C ਤੋਂ 2 ਗੁਣਾ ਕੰਮ ਕਰਦੇ ਆ। A ਤੇ B C ਤੋਂ 2 ਗੁਣਾ ਕੰਮ ਕਰਦੇ ਆ ਤੇ A plus C ਜਿਹੜੇ ਹੈਗੇ ਆ ਉਹ B ਤੋਂ 3 ਗੁਣਾ ਕੰਮ ਕਰਦੇ ਆ। ਤਾਂ ਆਪਾਂ ਇਹ ਇਕੁਏਸ਼ਨ ਬਣਾ ਲਈ, 2:1 ਦੀ ਰੇਸ਼ੋ ਉੱਪਰ ਆ ਗਈ, 3:1 ਦੀ ਰੇਸ਼ੋ ਹੇਠਾਂ ਆ ਗਈ। ਠੀਕ ਹੈ, ਹੁਣ ਆਪਾਂ ਕੀ ਇਹਨਾਂ ਨੂੰ ਬਰਾਬਰ ਕਰਨਾ ਸੀ। ਬਰਾਬਰ ਕਰਨ ਲਈ ਕੀ ਇਹਨਾਂ ਨੂੰ ਜੋੜ ਕੀਤਾ, ਪਹਿਲਾਂ 3 ਆਇਆ ਤੇ ਇੱਧਰ 4 ਆਇਆ। ਬਰਾਬਰ ਤਾਂ ਕੀਤਾ ਕਿਉਂਕਿ ਆਪਾਂ ਨੂੰ ਕੀ ਹੈ ਆਹ ਜੋੜ ਸੈੱਟ ਬਿਠਾਉਣਾ ਸੀ, ਜਿਹੜਾ A plus B plus C ਦਾ ਜਿਹੜਾ ਹੈ ਨਾ ਰੇਸ਼ੋ ਵਾਲਾ, ਇਹ ਜੋੜ ਆਪਾਂ ਸਹੀ ਕਰਨਾ ਸੀ। ਤਾਂ ਕੀ ਹੋਇਆ ਜੀ 3:1 ਦੀ ਰੇਸ਼ੋ। ਹੁਣ ਦੇਖੋ 3 ਤੇ 4 ਸੀ, ਮੈਂ ਇਹਨਾਂ ਨੂੰ ਸੇਮ ਕਰਨਾ ਸੀ, ਉੱਪਰ 4 ਨਾਲ ਗੁਣਾ ਕਰ ਦਾਂਗਾ ਤਾਂ 12 ਆ ਜਾਏਗਾ, ਹੇਠਾਂ 3 ਨਾਲ ਗੁਣਾ ਕਰ ਦਾਂਗਾ ਤਾਂ 12 ਆ ਜਾਏਗਾ। ਠੀਕ ਹੈ ਜੀ, ਤਾਂ ਹੁਣ ਫਿਰ ਕੀਤਾ ਜਿਹੜਾ 4 ਉੱਪਰ ਗੁਣਾ ਕੀਤਾ ਸਾਰੇ ਨਾਲ 4 ਨਾਲ ਗੁਣਾ ਕਰ ਦੋ। ਤਾਂ 1 ਨੂੰ 4 ਨਾਲ ਗੁਣਾ ਕੀਤਾ 8 ਆ ਗਿਆ, 4 ਦੂਣੀ 8 ਆ ਗਿਆ। ਠੀਕ ਹੈ ਜੀ, ਸੋਰੀ 4 ਆ ਗਿਆ। ਤੇ ਥੱਲੇ ਦੇਖੋ ਇੱਧਰ 3 ਨਾਲ ਗੁਣਾ ਕੀਤੀ ਹੈ ਤਾਂ 1 ਨੂੰ 3 ਨਾਲ ਕੀਤਾ 3 3 ਤੀਏ 9। ਠੀਕ ਹੈ ਜੀ, ਜੇ ਤੁਸੀਂ ਚੈੱਕ ਕਰਨਾ ਚਾਹੋ ਤਾਂ ਕਰ ਸਕਦੇ ਹੋ। ਮੈਂ ਦੱਸਾਂ ਕਿਵੇਂ ਚੈੱਕ ਕਰੋਗੇ। ਜਿਹੜਾ 4 ਹੈਗਾ 4 ਤਾਂ ਆ ਗਿਆ ਕਿੰਦਾ ਜੀ C ਦਾ। ਠੀਕ ਹੈ, A plus B ਹੈਗਾ, ਅੱਗੇ A plus B ਹੈਗਾ, B ਦਾ ਆਪਾਂ ਨੂੰ ਪਤਾ ਲੱਗ ਗਿਆ 3 ਹੈਗਾ। ਤਾਂ C ਕਿੰਨਾ ਨਿਕਲ ਆਏਗਾ ਜੀ, C ਕਿੰਨਾ ਨਿਕਲ ਆਏਗਾ ਤਾਂ 5 ਨਿਕਲ ਆਏਗਾ। ਦੋਨਾਂ ਨੂੰ ਬਰਾਬਰ ਕਰੋਗੇ ਤਾਂ 12 ਆ ਜਾਏਗਾ। ਜੇ ਇੱਥੋਂ ਵੀ ਤੁਸੀਂ ਚੈੱਕ ਕਰਨਾ ਚਾਹੋ ਤਾਂ ਕਰ ਸਕਦੇ ਹੋ, ਪਰ ਸਿੱਧਾ ਸਿੰਪਲ ਤਰੀਕਾ ਕੀ ਹੈ, ਇੱਥੋਂ ਸਿੱਧਾ 4 ਚੱਕ ਲਓ, ਇੱਥੋਂ 3 ਚੱਕ ਲਓ, ਮਾਈਨਸ ਕਰ ਦਿਓ 12 ਚੋਂ, ਜਿਹੜਾ ਤੁਹਾਡਾ ਇੱਥੇ LCM ਬਰਾਬਰ ਕੀਤਾ ਸੀ। ਠੀਕ ਹੈ ਜੀ, ਤਾਂ ਇਹ ਕਿ ਸਵਾਲ ਤੁਹਾਡਾ ਹੱਲ ਹੋ ਜਾਏਗਾ। ਤੁਹਾਨੂੰ ਕਿਹਾ ਹੈ ਥੋੜਾ ਜਿਹਾ ਕੰਪਲਿਕੇਟਡ ਹੈਗੇ ਆ, ਦਿਮਾਗ ਦੇ ਉੱਪਰੋਂ ਜਾ ਸਕਦੇ ਆ, ਪਰ ਕੋਈ ਗੱਲ ਨਹੀਂ, ਤੁਸੀਂ ਸਿਆਣੇ ਹੈਗੇ ਹੋ, ਮੈਨੂੰ ਪਤਾ ਕਰ ਲਓਗੇ, ਕੋਈ ਗੱਲ ਨਹੀਂ। ਠੀਕ ਹੈ ਜੀ, ਤਾਂ ਆਪਾਂ ਕੀ ਹੈ ਹੋਰ ਸਵਾਲ ਲੈ ਲੈਂਦੇ ਹਾਂ। ਆਪਣੇ ਕੋਲ ਸਵਾਲਾਂ ਦੀ ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ। ਜੇ ਤੁਸੀਂ ਕਹੋਗੇ ਮੈਂ ਆਦੇ ਵੱਲੋਂ ਕਰਾ ਦੂੰਗਾ, ਜੇ ਤੁਸੀਂ ਕਹੋਗੇ ਤਾਂ ਕਿਤਾਬ ਤੋਂ ਕਰਾ ਦੇਂਗਾ। ਤਾਂ ਨਿਊ ਟਾइप आ गई, देखो की न्यू टाइप 3 नंबर सवाल हैगा। A की कार्यक्षमता B की कार्यक्षमता से दुगनी है। A ਦੀ कार्यक्षमता B ਤੋਂ ਕਿੰਨੀ ਹੈ ਜੀ ਦੁਗਣੀ ਹੈਗੀ ਹੈ। ये ਤੁਹਾਨੂੰ कहता 2:1 ਦੀ रेशो आ जाएगी। C तथा D किसी काम को जितने समय में करते हैं उतने में क्या है A plus B करते हैं। मतलब कि ये जी सिंपल उन्हें कहता कि A plus B जिन्ने दिनों च काम करनगे C plus D उन्ने ही दिनों च करनगे, मतलब एफिशिएंसी बराबर हैगी इन्हां दी। उस तो बाद कहता यदि C तथा D अलग अलग उसी काम को C ते D ਜਿਹੜੇ ਜੀ अलग अलग ਜੇਕਰ ਕੰਮ ਕਰਨ ਤਾਂ ਉਹ 20 ਤੇ 30 ਦਿਨਾਂ ਵਿੱਚ ਕੰਮ ਨੂੰ ਪੂਰਾ ਕਰ ਦਿੰਦੇ। ਤਾਂ ਇਹ ਦੱਸੋ ਕਿੰਨੇ ਦਿਨਾਂ ਵਿੱਚ ਕੰਮ ਪੂਰਾ ਕਰੇਗਾ। ਓਕੇ ਜੀ, ਤਾਂ ਦੱਸੋ ਆਪਾਂ ਦੱਸ ਦਾਂਗੇ। ਦੇਖੋ ਕਿਸੇ ਵੀ ਚੀਜ਼ ਦਾ ਕੀ ਕਨਸੈਪਟ ਬਹੁਤ ਵਧੀਆ ਹੁੰਦਾ ਹੈ। ਜੇ ਤੁਹਾਨੂੰ ਕਨਸੈਪਟ ਆਉਂਦਾ ਨਾ ਤਾਂ ਤੁਸੀਂ ਕੀ ਹੈ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੀ ਕੋਈ ਸਵਾਲ ਨਹੀਂ ਅੜੇਗਾ। ਜੇ ਤੁਹਾਨੂੰ ਕਨਸੈਪਟ ਨਹੀਂ ਹੁੰਦਾ ਤਾਂ ਬਰਬਾਦ ਹੋ ਜਾਓਗੇ। ਟ੍ਰਿਕ ਦੇਖੋ, ਮੈਂ ਨਾ
ਤੁਹਾਨੂੰ ਗੱਲ ਦੱਸਦਾ, ਥੋੜਾ ਟਾਈਮ ਲਊਗਾ ਤੁਹਾਡਾ ਕਿ ਕੀ ਹੈ, ਤੁਸੀਂ ਹਜ਼ਾਰਾਂ ਟ੍ਰਿਕ ਯਾਦ ਕਰ ਲਓ, ਹਜ਼ਾਰਾਂ ਟ੍ਰਿਕ ਯਾਦ ਕਰ ਲਓ, ਪਰ ਉੱਥੇ ਤੁਹਾਡਾ ਇੱਕ ਕਨਸੈਪਟ ਜੇਕਰ ਯਾਦ ਹੈ ਨਾ ਤੁਹਾਨੂੰ, ਜੇ ਤੁਹਾਨੂੰ ਇੱਕ ਕਨਸੈਪਟ ਯਾਦ ਹੈਗਾ ਤੇ ਤੁਸੀਂ ਕੀ ਹੈ ਪੇਪਰ 'ਚ ਜਾਓਗੇ ਨਾ, ਤੁਹਾਨੂੰ ਸਿਰਫ ਕੰਮ ਦੇਊਗਾ ਕਨਸੈਪਟ। ਟ੍ਰਿਕ ਵੱਧ ਤੋਂ ਵੱਧ ਤੁਹਾਡੀ ਕੀ 2-3 ਯਾਦ ਰਹਿਣਗੀਆਂ, ਬਾਕੀ ਸਾਰੀਆਂ ਭੁੱਲ ਜਾਣਗੀਆਂ। ਠੀਕ ਹੈ, ਯੂਟਿਊਬਰ ਹੈਗਾ ਦੇਖੋ ਸਾਈਡ ਤੇ ਆ ਰਿਹਾ ਹੋਣਾ ਚੈਨਲ, ਤਾਂ ਉਹ ਕੀ ਹੈ ਜੀ ਸਿਰਫ ਕੱਲੀਆਂ ਟ੍ਰਿਕ ਦਿਖਾਉਂਦਾ। ਦੇਖੋ ਇਹ ਕੱਲੀਆਂ ਟ੍ਰਿਕ ਦਿਖਾਉਂਦਾ ਹੈ, ਮਤਲਬ ਹਾਂ ਸਹੀ ਹੈ ਵੀ ਟ੍ਰਿਕ ਤੁਸੀਂ ਕਰਾਓ, ਪਰ ਇੰਨੀਆਂ ਟ੍ਰਿਕ ਕੌਣ ਯਾਦ ਰੱਖੂਗਾ ਦੱਸੋ ਮੈਨੂੰ। ਮਤਲਬ ਹਰੇਕ ਚੈਨਲ, ਇਹਨੇ ਚੈਨਲ ਤੇ ਚੈੱਕ ਕਰ ਲਓ ਸਾਰਾ, ਮਤਲਬ ਕਾਪੀਰਾਈਟ ਨਾ ਆ ਜੇ, ਚੈਨਲ ਨੂੰ ਚੈੱਕ ਕਰ ਲਓ, ਹਰੇਕ ਥਾਂ ਤੇ ਹਰੇਕ ਜਗ੍ਹਾ ਤੇ ਤੁਹਾਨੂੰ ਕੀ ਜੀ ਟ੍ਰਿਕ ਮਿਲੇਗੀ। ਪਰ ਟ੍ਰਿਕ ਕੀ ਹੈ ਜੀ, ਹਰੇਕ ਥਾਂ ਤੇ ਕੰਮ ਨਹੀਂ ਕਰਦੀ, ਸਿਰਫ ਮਾਈਂਡ ਕੰਮ ਕਰੇਗਾ ਤੁਹਾਡਾ। ਜੇ ਮਾਈਂਡ ਹੈਗਾ ਤਾਂ ਕੰਮ ਜ਼ਰੂਰ ਕਰੇਗਾ, ਜੇਕਰ ਤੁਸੀਂ ਕਨਸੈਪਟ ਕੀਤਾ ਹੋਇਆ ਹੈ। ਕਨਸੈਪਟ ਕੌਣ ਕਰਾਵੇਗਾ? ਮੈਂ ਕਰਾਵਾਂਗਾ, ਬਹੁਤ ਵਧੀਆ ਤਰੀਕੇ ਨਾਲ ਕਰਾ ਰਿਹਾ। ਤਾਂ ਦੇਖੋ ਕੀ ਹੈ ਸਵਾਲ, क्वेश्चन च अपना क्या है जी, क्वेश्चन उन्होंने क्या है कि ए बी से दुगना काम करता है, ए बी से दुगना काम करता है। दूसरी लाइन च उन्होंने लिखा है कि ए प्लस बी जितने समय में काम करते हैं उतने समय में सी प्लस डी काम करते हैं। तो मैं बराबर लिखता, ठीक है जी। फिर तीसरी लाइन च उन्होंने की किया है, सी तथा डी 20 ते 30 दिनों ਵਿੱਚ ਕੰਮ पूरा करते हैं, ठीक है। तो मैं इन्हों का एलसीएम ले लाँगा, एलसीएम लैके 60 आ जाएगा, इधर भाग करांगा 3, इधर आ गया जी 2। तुसीं कहोगे हजे परेशानी हैगी दसो मैनू, मतलब तुहानूं जे कोई परेशानी हैगी है तो दसो की है जी। 3 ते 2 आ गई जी एफिशिएंसी। हुण की है जी ए प्लस डी दी सॉरी सी प्लस डी दी कितनी एफिशिएंसी है? 3 ते 2 5। मैं कह सकदा सी ए ते बी दी एफिशिएंसी भी 5 होवेगी। तुसीं कहो सर कुछ नहीं हुंदा, बिल्कुल सही है। हुण मैं कहना जी ए प्लस बी एफिशिएंसी हैगी है 5, ठीक है जी। जेकर मैं इहदे चों एफिशिएंसी कड्ढां ए दी ते बी दी, आपां दसता ए की दुगना काम करदा है, तां की है जी इन्हां नूं टोटल कर लो, बटे 3 मैं कर सकदा, इनू भी बटे 3 कर सकदा, कोई हर्ज नहीं। टोटल कितनी है जी 5, कितनी अपनी हैगी है 2/3 कल्ली आउंदी हैगी है, ते जिहड़ी बी दी कितनी है जी 5 गुणा 1/2 हैगी है, ठीक है जी। ये आ गया अपने कोल, ताकि इनू कट्टोगे कि ए दा पूछ रहा ए कितने दिन काम पूरा करूगा, तो कितना आ गया 5 दूनी 10/3, 10/3। ताकि ये अपने को एफिशिएंसी आ गई ए दी, एफिशिएंसी आ गई ए दी। हुण टोटल वर्क कितना है जी 60, टोटल वर्क 60, ए दी एफिशिएंसी 10/3, ठीक है जी। तो कट्टोगे तो ये तुहाडे कोल आ जाएगा, कितना आ जाएगा जी 6 18 डेज च ये काम पूरा हो जाएगा, जेकर कल्ला ए करेगा, ठीक है जी। ए कल्ला पूरा काम नूं किन्ने जी 18 दिनों में काम नूं पूरा कर देगा। ये तुहाडा आंसर हैगा, चेक कर लो, जे कोई गलती हैगी है तां भी दस दो, ठीक है जी। तो देखो जे कहता कि मान लो आप होर सवाल ले लें, सवाल आप होर चक लेने जिन्हें च एफिशिएंसी वधिया आ जाए, ताकि आप सवाल वधिया कर सके, ठीक है। मैं हुण आपदे वल्लों सवाल तुहानूं करा रहा, ठीक है जी। देखो आप उही सवाल, देखो कॉन्सैप्ट एक ही हैगा, सवाल देखो मैं आपदे बना रहा, मतलब मैं आपदे वल्लों तुहानूं बना के दे रहा सवाल, क्योंकि कोई किताब की लोड़ नहीं, जेकर तुहानूं कॉन्सैप्ट दा पता है तो आपदे आप सवाल बन जाते हैं। हाँ तो सवाल देखो क्या सवाल, मान लो कि है 2 एक दी रेशो है सेम टू सेम, ए जितने दिन में काम करता है उतने ही दिन में सी प्लस डी काम करते हैं, ठीक है। सी ते डी देता है अपन, सी जिहड़ा जी वो 12 दिनों च काम करता है, तो 15 दिनों च कौन काम करता है? डी काम करता है, ठीक है। इन्होंने टोटल आप वर्क कटांगे, टोटल वर्क करने लिए कितना आएगा जी 60 आ जाएगा, 12 5 60, 15 चौकी 60, ठीक है जी। 12 5 60 ते 15 चौकी 60 आ गया, ठीक है। टोटल कितना आ गया 4 ते 5 9 आ गया। तो मैं कह सकता जी 9 एफिशिएंसी बराबर की है ए बी दे बराबर होगी 9 दे, ठीक है जी। 9 बराबर आ गई तो किन्ने हो गए जी 9, तो आप ए प्लस बी की करनी है, ए प्लस बी कितना हो गया जी 9 एफिशिएंसी होगी, 9 एफिशिएंसी होगी तो ए कितना काम करता है? दुगना काम करते हैं, तो ए कितना हो गया जी 9 गुणा 2/3, तो बी कितना हो गया जी 9 गुणा 1/3। मैं तुहानूं कहना 1/3 लगा सकते हैं, कोई चक्कर नहीं हुंदा, ठीक है जी। 3 3 कट दो, कितना आ गया जी 3 तीए 9 गुणा 2 करोगे तो कितना आ गया 6, ठीक है जी। 6 आ गया, इधर उवें कर दो तो कितना आएगा 3 आ जाएगा, ठीक है जी। टोटल वर्क होना पा ए तो करना भी ए किन्ने दिनों च काम पूरा करेगा, तो टोटल वर्क चक लो 60 बटे कर दो 6 नूं, तो किन्ने दिनों च काम पूरा हो जाएगा? ए दा 10 दिनों में काम पूरा हो जाएगा। जे अपन कह रहे बी की एफिशिएंसी 3 हैगी आ, 60 नूं भाग कर दो 3 नाल, तो कितना आ गया जी 2 20 आ जाएगा अपने को। बी जिहड़ा जी 20 दिनों च काम नूं
ਪੂਰਾ ਕਰ ਦੇਗਾ। ਇਹ ਤੁਹਾਡਾ ਆਨਸਰ ਆ ਗਿਆ। ਇਹ ਤੁਸੀਂ ਲਿਖ ਕੇ ਲੈ ਲਓ। ਇਹ ਸਵਾਲ ਪੇਪਰ 'ਚ ਆ ਜਾਂਦੇ ਹੈਗੇ ਆ ਤੇ ਕੀ ਆ ਵੱਡੇ ਵੱਡੇ ਕੀ ਆ ਲੈ ਕੇ ਬਹਿ ਜਾਂਦੇ ਆ ਸਵਾਲ। ਤਾਂ ਕੀ ਤੁਸੀਂ ਸਵਾਲ ਸਹੀ ਤਰ੍ਹਾਂ ਕਰਕੇ ਆਇਓ, ਸਹੀ ਤਰ੍ਹਾਂ ਕਰਕੇ ਆਇਓ। ਠੀਕ ਹੈ, ਦੇਖੋ ਇਹ ਅੱਜ ਆਪਣੀ ਕੀ ਜੀ 2 ਟਾਈਪਸ ਹੋ ਗਈਆਂ। 2 ਟਾਈਪ ਮੈਂ ਤੁਹਾਨੂੰ ਵਧੀਆ ਕਰਾਤੀਆਂ ਬਿਲਕੁਲ ਆਸਾਨ ਤਰੀਕੇ ਨਾਲ, ਬਿਲਕੁਲ ਸਹੀ ਤਰੀਕੇ ਨਾਲ। ਠੀਕ ਹੈ ਜੀ, ਮੰਨ ਲਓ A + B + C 3 ਆਦਮੀ ਹੈਗੇ A B C ਕਿਸੇ ਕੰਮ ਨੂੰ 30 ਦਿਨਾਂ ਵਿੱਚ ਪੂਰਾ ਕਰ ਦਿੰਦੇ ਆ। ਠੀਕ ਹੈ ਜੀ, 30 ਦਿਨਾਂ 'ਚ ਕੰਮ ਨੂੰ ਪੂਰਾ ਕਰ ਦਿੰਦੇ ਆ। ਕਹਿੰਦਾ ਜੀ A + B ਕਿਤਨੇ A + B ਰਲ ਕੇ ਕੰਮ ਕਰਦੇ ਆ ਤਾਂ ਉਹ C ਤੋਂ ਕੀ ਹੈ ਜੀ 3 ਗੁਣਾ ਕਰਦੇ ਆ। ਠੀਕ ਹੈ ਜੀ, 3 ਗੁਣਾ ਕਰਦੇ ਆ ਤਾਂ 3 1 ਦੀ ਰੇਸ਼ੋ ਆ ਜਾਏਗੀ। ठीक है जी, फिर कहता है जी B + C किसी काम को A + C ये नहीं B + C कर देना, B + C किसी काम को A से कितने जी 4 गुना, 4 गुना में काम करते हैं। ठीक है, ये अपना सवाल आ गया। तो कहना जी मान लो A कितने दिनों च काम नूं पूरा करेगा, A कितने दिनों च काम नूं पूरा करेगा। ਹੁਣ ਆਪਾਂ ਕੀ ਤੁਹਾਨੂੰ ਦੱਸਿਆ ਇਹਨਾਂ ਨੂੰ ਪਲੱਸ ਕਰ ਲਓ। ਪਲੱਸ ਕਿੰਨਾ ਆਏਗਾ ਬਰਾਬਰ ਕਰਕੇ ਕਿੰਨਾ ਆ ਗਿਆ 4, ਇੱਧਰ ਕਿੰਨਾ ਆ ਗਿਆ ਜੀ 5। ਹੁਣ ਆਪਾਂ ਇਹਨਾਂ ਨੂੰ ਬਰਾਬਰ ਕਰਨਾ ਹੈ ਤਾਂ ਕੀ ਦੇਖੋ ਬਰਾਬਰ ਕਾਮਨ ਹੈਗੇ ਨਹੀਂ ਹੈਗੇ ਤਾਂ ਉੱਪਰ ਕੀ ਹੈ 5 ਨਾਲ ਗੁਣਾ ਕਰ ਦਿਓ, ਹੇਠਾਂ 4 ਨਾਲ ਗੁਣਾ ਕਰ ਦਿਓ। ਇੱਥੇ ਕਿੰਨਾ ਬਣ ਗਿਆ ਜੀ 4 5 20, ਮਤਲਬ ਕਿ ਟੋਟਲ ਇਹਨਾਂ ਦਾ ਐਫੀਸ਼ੀਐਂਸੀ 20 ਆਏਗੀ। ਹੁਣ ਇੱਧਰ ਆਪਾਂ 5 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆ ਗਿਆ 5। ਠੀਕ ਹੈ, ਇੱਥੇ ਥੱਲੇ 4 ਨਾਲ ਗੁਣਾ ਕਰਾਂਗੇ ਤਾਂ 4। ਠੀਕ ਹੈ, ਬਾਕੀ ਕਰਨ ਦੀ ਲੋੜ ਨਹੀਂ। ਤਾਂ ਕੀ ਹੈ A B C, A अनुपात B अनुपात C कितना आ गया, C ਦਾ ਕਿੰਨਾ ਜੀ 5, B A ਦਾ ਕਿੰਨਾ ਆ ਗਿਆ ਜੀ 4, ਤਾਂ B ਦਾ ਕਿੰਨਾ ਆਏਗਾ ਕਰ ਦੋ 11 ਆ ਜਾਏਗਾ। ਠੀਕ ਹੈ ਜੀ, 11 ਆ ਜਾਏਗਾ। ਓਕੇ ਜੀ, ਤਾਂ ਕੀ ਹੁਣ ਆਪਾਂ A ਦਾ ਕਰਨਾ 4 ਹੈਗਾ ਤਾਂ ਕਿੰਨੇ 30 ਦਿਨਾਂ ਚ ਕੰਮ ਪੂਰਾ ਕਰਦਾ ਹੈ ਤਾਂ ਬਟੇ 4 ਕਰ ਦੋ, ਕਿੰਨਾ ਆਏਗਾ ਜੀ 9 ਚੁਕਾ ਕਿੰਨਾ ਆਏਗਾ 8 ਚੁਕਾ 32, 7 ਚੁਕਾ 28। ठीक है जी, 28 आएगा। 7 2 बटे 4 ਤਾਂ 7 ਸਹੀ 1 ਬਟਾ 2 ਡੇਜ਼ ਤੁਹਾਡਾ ਆਨਸਰ ਆ ਜਾਏਗਾ। ਇਹ ਤੁਹਾਡਾ ਉੱਤਰ ਹੋ ਜਾਏਗਾ। ਦੇਖੋ ਸਵਾਲ ਬਿਲਕੁਲ ਸਿੰਪਲ ਆਉਂਦੇ ਆ, ਬਿਲਕੁਲ ਸਵਾਲ ਸਿੰਪਲ ਪੁੱਛੇ ਜਾਂਦੇ ਸਵਾਲ ਪੇਪਰਾਂ 'ਚ, ਪਰ ਕੀ ਹੈ ਤੁਸੀਂ ਨਹੀਂ ਸਮਝਦੇ ਕਿ ਸਵਾਲ ਕਿੰਨੇ ਸੌਖੇ ਹੈਗੇ। ਠੀਕ ਹੈ, ਤਾਂ ਕੀ ਹੈ ਅੱਜ ਦੀ ਸੀਗੀ ਇੰਨੀ ਛੋਟੀ ਜੀ ਕਲਾਸ। ਤਾਂ ਕੀ ਆਪਾਂ ਸਵੇਰੇ ਮਿਲਾਂਗੇ ਇੱਕ ਹੋਰ ਨਵੀਂ ਟਾਈਪ ਦੇ ਨਾਲ। ਅੱਜ ਆਪਾਂ ਤੁਹਾਨੂੰ 2 ਟਾਈਪ ਕਰਾ ਦੀਆਂ। ਜੇ ਤੁਸੀਂ ਜੁੜੇ ਹੋਏ ਹੋ ਨਾਲ ਤਾਂ ਕੀ ਹੈ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਤੇ ਕੀ ਹੈ ਜੀ ਹੋਰ ਵੀਡੀਓ ਤੁਹਾਡੇ ਸਾਹਮਣੇ ਆ ਗਈਆਂ, ਇਹਨਾਂ ਨੂੰ ਜ਼ਰੂਰ ਦੇਖ ਲਓ। ਤਾਂ ਆਪਾਂ ਫਿਰ ਕੀ ਹੈ ਜੀ ਮਿਲਾਂਗੇ ਅਗਲੀ ਵੀਡੀਓ 'ਚ। ਤਦ ਤੱਕ ਜੀ ਬਾਏ, ਨਮਸਕਾਰ, ਟਾਟਾ।